हाँ जी, हैलो स्टूडेंट्स। अज न्यूमेरिकल मैथड न्यूमेरिकल एनालिसिस का नैक्सट लैक्चर करन जा रहे हैं। ये अज असीं नवा चैप्टर शुरू करन जा रहे हैं। नैक्सट चैप्टर थर्ड करन जा रहे हैं जी। चैप्टर थर्ड, सिस्टम ऑफ लीनियर इक्वेशनस। दो तरह दी कैटेगरीज आ साडे कोल। जिहड़ी फस्ट कैटेगरी आ वो आ जी डायरैक्ट मैथड करांगे इस चैप्टर ते सैकेंड कैटेगरी आ आइटरेटिव मैथड। डायरैक्ट मैथड के अंदर सब तो पहला असीं करना गॉस एलिमीनेशन। हाँ जी, गॉस एलिमीनेशन। सैकेंड मैथड गॉस जॉर्डन। थर्ड मैथड चोलेस्की मैथड। चोलेस्की मैथड। एक है जी क्राउट मैथड, जो कि वेरी वेरी इंपोर्टेंट है। क्राउट मैथड ट्रायंगुलाइजेशन मैथड भी कहने हैं, क्राउट मैथड। उस तो बाद जे असीं गल करिए आइटरेटिव मैथड की, इहदे विच असीं पढ़ांगे दो मैथड। एक है जी जकोबी मैथड एंड सैकेंड साडे कोल है जी गॉस सीडल मैथड। ये असीं दो मैथड पढ़ने हैं, जकोबी मैथड, गॉस सीडल मैथड। सब तो पहला असी डायरैक्ट मैथड के ये चार मैथड करांगे। उस तो बाद आइटरेटिव के असी ये दो मैथड करांगे। तो मैं ये भी दस देवां, जिहड़े तां BSc मैथेमैटिक्स के स्टूडेंट आ, BSc 6th semester अकॉर्डिंग टू गुरु नानक देव यूनीवर्सिटी अमृतसर, वो ये सारे मैथड पढ़नगे। जिहड़े BCA स्टूडेंट ने BCA, उन्हां दे सिलेबस विच गॉस एलिमीनेशन, गॉस जॉर्डन, जकोबी ते गॉस सीडल, ये चार मैथड वो पढ़नगे। हो सकता किसी होर यूनीवर्सिटी ये मैथड भी होण, सो वो अपना सिलेबस चैक कर लैन, वो अकॉर्डिंग तैयारी करन। सो मैं ये 6 मैथड करवाउण जा रहे हैं। सब तो पहला असीं अज करांगे गॉस एलिमीनेशन मैथड। हाँ जी, सब तो पहला असीं करन जा रहे हैं गॉस एलिमीनेशन। मैथड। जो भी असीं गॉस एलिमीनेशन मैथड अप्लाई करना, सब तो पहला तो सिस्टम ऑफ लीनियर इक्वेशनस किहो जिहियां हुंदियां। कोई भी इस टाइप की इक्वेशन AX + BY C Z = सपोज करो D, इस टाइप दी जिहड़ियां इक्वेशनस आ, ये आ लीनियर, क्योंकि X Y Z की पावर 1 आ, 1 1 1, इस करके ये लीनियर इक्वेशन आ, ये एक इक्वेशन आ। सिमिलरली A1 B1 C1 D1, सैकेंड इक्वेशन लिखा A2 X B2 Y C2 Z D2। इदां मैं थर्ड इक्वेशन लिखा A3 X B3 Y C3 Z = D3। ये हुण साडे कोल एक सिस्टम बन गया, सिस्टम ऑफ लीनियर इक्वेशनस आ। इहो जिहियां इक्वेशनस नूं सॉल्व करन दे लई
ਅਸੀਂ ਇਹ ਡਾਇਰੈਕਟ ਮੈਥਡ ਚੂਜ਼ ਕਰਨ ਲੱਗੇ ਹਾਂ ਗੌਸ ਐਲੀਮੀਨੇਸ਼ਨ ਮੈਥਡ। ਨਾਮ ਤੋਂ ਹੀ ਕਲੀਅਰ ਆ ਕਿ ਅਸੀਂ ਕੁਝ ਐਲੀਮੀਨੇਟ ਕਰਨਾ। ਐਲੀਮੀਨੇਟ ਕਰਕੇ ਫਿਰ ਅਸੀਂ ਵੈਲਿਊਜ਼ ਫਾਈਂਡ ਕਰਨੀਆਂ। ਸਾਡਾ ਮੈਥਡ ਕੀ ਆ, ਅਸੀਂ ਨਾ ਟ੍ਰਾਇੰਗੂਲਾਈਜੇਸ਼ਨ ਫਾਰਮ 'ਚ ਕਨਵਰਟ ਕਰਨਾ। ਸਾਡਾ ਪ੍ਰੋਸੈਸ ਇਹ ਹੋਏ ਕਰਨਾ ਕਿ ਸਭ ਤੋਂ ਪਹਿਲਾਂ ਅਸੀਂ ਮੈਟ੍ਰਿਕਸ ਫਾਰਮ 'ਚ ਲਿਖਣਾ। ਇਸ ਤਰੀਕੇ ਅਸੀਂ ਲਿਖੇ ਕਰਾਂਗੇ B1 B2 B3। ਪ੍ਰੋਸੈਸ ਸਮਝ ਰਹੇ ਹਾਂ ਅਸੀਂ C1 C2 C3 XYZ ਇਜ਼ ਇਕੁਅਲ ਟੂ D1 D2 D3। ਅਸੀਂ ਉਹ XYZ ਫਾਈਂਡ ਕਰਨੀਆਂ। ਸੋਲਵ ਜਦੋਂ ਕਰਾਂਗੇ ਨਾ ਅਸੀਂ XYZ ਫਾਈਂਡ ਕਰਨੀਆਂ ਵੈਲਿਊਜ਼ ਜਿਹੜੀਆਂ ਇਹਨਾਂ ਤਿੰਨਾਂ ਇਕੁਏਸ਼ਨਸ ਨੂੰ ਸੈਟਿਸਫਾਈ ਕਰਦੀਆਂ, ਇਸ ਸਿਸਟਮ ਨੂੰ ਸੈਟਿਸਫਾਈ ਕਰਦੀਆਂ। ਉਹ ਅਸੀਂ XYZ ਸੋਲੂਸ਼ਨ ਫਾਈਂਡ ਕਰਨੇ ਆ ਵਿਦ ਦਾ ਹੈਲਪ ਆਫ ਗੌਸ ਐਲੀਮੀਨੇਸ਼ਨ ਮੈਥਡ। ਅਤੇ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਤੁਸੀਂ ਡਾਇਰੈਕਟ ਐਲੀਮੀਨੇਸ਼ਨ ਨਹੀਂ ਕਰਨਾ ਕਿ ਇਸ ਇਕੁਏਸ਼ਨ ਨੂੰ A2 ਨਾਲ ਮਲਟੀਪਲਾਈ, ਇਸ ਇਕੁਏਸ਼ਨ ਨੂੰ A1 ਨਾਲ ਮਲਟੀਪਲਾਈ, ਸਬਟਰੈਕਟ ਕਰ ਦਿਓ, ਉਹ ਵਾਲਾ ਕੰਮ ਨਹੀਂ ਕਰਨਾ। ਜੋ ਸਾਨੂੰ ਗੌਸ ਨੇ ਦੱਸਿਆ, ਗੌਸ ਦੇ ਅਕੋਰਡਿੰਗ ਚੱਲਣਾ। ਅਸੀਂ ਸਭ ਤੋਂ ਪਹਿਲਾਂ ਅਸੀਂ ਇੱਥੇ ਜ਼ੀਰੋਜ਼ ਬਣਾਉਣੀਆਂ। ਅਗਲੇ ਸਟੈਪ ਵਿੱਚ ਅਸੀਂ ਇੱਥੇ ਜ਼ੀਰੋਜ਼ ਬਣਾਵਾਂਗੇ ਅਤੇ ਸਾਡੀ ਜਿਹੜੀ ਮੈਟ੍ਰਿਕਸ ਆ ਉਹ ਅੱਪਰ ਟ੍ਰਾਇੰਗੂਲਰ ਮੈਟ੍ਰਿਕਸ ਵਿੱਚ ਕਨਵਰਟ ਹੋ ਜਾਏਗੀ। ਸਾਡਾ ਜਿਹੜਾ ਪਹਿਲਾ ਸਟੈਪ ਆ, ਅਸੀਂ ਅੱਪਰ ਟ੍ਰਾਇੰਗੂਲਾਈਜੇਸ਼ਨ ਫਾਰਮ 'ਚ ਕਨਵਰਟ ਕਰਨਾ। ਤਾਂ ਉਹਦੇ ਲਈ ਕੀ ਕਰਨਾ ਪੈਣਾ, ਫਸਟ ਕਾਲਮ 'ਚ ਡਾਇਗਨਲ ਐਲੀਮੈਂਟ ਛੱਡ ਕੇ ਉਸ ਦੇ ਨੀਚੇ ਜ਼ੀਰੋਜ਼ ਬਣਾਉਣੀਆਂ। ਇੱਦਾਂ ਹੀ ਸੈਕਿੰਡ ਕਾਲਮ 'ਚ ਡਾਇਗਨਲ ਐਲੀਮੈਂਟ ਤੋਂ ਨੈਕਸਟ ਜੋ ਜਿੰਨੇ ਵੀ ਐਲੀਮੈਂਟਸ ਹੋਣਗੇ ਉਹਨਾਂ ਨੂੰ ਅਸੀਂ ਜ਼ੀਰੋ ਬਣਾਉਣਾ। ਇੱਦਾਂ ਹੀ ਐਂਡ ਸੋ ਇੱਥੇ 3 ਜ਼ੀਰੋਜ਼ ਬਣਾਵਾਂਗੇ। ਅੱਪਰ ਟ੍ਰਾਇੰਗੂਲਾਈਜੇਸ਼ਨ ਮੈਟ੍ਰਿਕਸ ਬਣ ਜਾਏਗੀ। ਨੈਕਸਟ ਵਰਕ ਕੀ ਹੋਏਗਾ, ਉਸ ਤੋਂ ਬਾਅਦ ਅਸੀਂ ਬੈਕ ਸਬਸਟੀਟਿਊਸ਼ਨ ਮੈਥਡ ਲਾਣਾ। ਬੈਕ ਟੂ ਬੈਕ ਵੈਲਿਊਜ਼ ਪੁੱਟ ਕਰਨੀਆਂ। ਜਦੋਂ ਇਹ ਕਰੋਗੇ ਤੁਹਾਡੇ ਕੋਲ ਸਭ ਤੋਂ ਪਹਿਲੇ Z ਦੀ ਵੈਲਿਊ ਆਏਗੀ। ਉਸ Z ਨੂੰ ਤੁਸੀਂ ਉੱਪਰ ਇਕੁਏਸ਼ਨ 'ਚ ਪੁੱਟ ਕਰੋਗੇ, Y ਦੀ ਵੈਲਿਊ ਆ ਜਾਏਗੀ। ਉਹ ਦੋ ਵੈਲਿਊਜ਼ ਨੂੰ X 'ਚ ਪੁੱਟ ਕਰੋਗੇ, ਉਹ ਤੁਹਾਡੇ ਕੋਲ X ਦੀ ਵੈਲਿਊ ਆ ਜਾਏਗੀ। ਇਸ ਤਰੀਕੇ ਅਸੀਂ ਇਹ ਜਿਹੜਾ ਸਾਰਾ ਪ੍ਰੋਸੈਸ ਕਰਨਾ। ਕਿਸ ਤਰੀਕੇ ਕਰਨਾ, ਅਸੀਂ ਇੱਕ ਐਗਜ਼ਾਮਪਲ ਦੀ ਹੈਲਪ ਦੇ ਨਾਲ ਸਮਝਦੇ ਹਾਂ। ਬਹੁਤ ਹੀ ਧਿਆਨ ਦੇ ਨਾਲ ਸਮਝਿਓ। ਕੈਲਕੂਲੇਸ਼ਨ 'ਚ ਗਲਤੀ ਲੱਗਣ ਦੇ ਚਾਂਸ ਹੋਣਗੇ ਬਹੁਤ ਸਾਰੇ, ਬਟ ਤੁਸੀਂ ਗਲਤੀ ਨਹੀਂ ਹੋਣ ਦੇਣੀ। ਬੜੇ ਧਿਆਨ ਨਾਲ ਸਾਰੇ ਪ੍ਰੋਸੈਸ ਨੂੰ ਸਮਝਣਾ ਕਿ ਕਿਸ ਤਰੀਕੇ ਅਸੀਂ ਇਹ ਕੁਐਸਚਨਸ ਸੋਲਵ ਕਰਨੇ ਆ। ਜੋ ਵੀ ਐਕਸਰਸਾਈਜ਼ ਆ ਉਹਦਾ ਮੈਂ ਕੁਐਸਚਨ ਨੰਬਰ 4 ਕਰਾ ਰਿਹਾ ਪਹਿਲੇ। ਕੁਐਸਚਨ ਨੰਬਰ 4, ਸੋਲਵ ਸਿਸਟਮ ਆਫ ਇਕੁਏਸ਼ਨਸ। ਸੋਲਵ ਸਿਸਟਮ ਆਫ ਇਕੁਏਸ਼ਨਸ। ਕਿਹੜੀਆਂ ਇਕੁਏਸ਼ਨਸ? ਫਸਟ ਇਕੁਏਸ਼ਨ ਹੈ ਜੀ 3x1 + 6x2 + x3 ਇਜ਼ ਇਕੁਅਲ ਟੂ 16। ਸੈਕਿੰਡ ਇਕੁਏਸ਼ਨ 2x1 4x2 3x3 is equal to 13, and third equation x1 3x2 plus 2x3 is equal to 9 by Gauss elimination method। ਇਹ ਹੈ ਸਟੇਟਮੈਂਟ by Gauss elimination method। ਇਹ ਹੈ ਜੀ ਸਾਡੀ ਸਟੇਟਮੈਂਟ ਲਿਖਣ ਤੋਂ ਬਾਅਦ ਇੱਕ ਵਾਰ ਚੈੱਕ ਜ਼ਰੂਰ ਕਰਨੀ ਹੈ। 3 6 1 16 3 6 1 16 then 2 4 3 13 1 3 2 9 1 3 2 9। ਦੇਖੋ ਕਿਸ ਤਰੀਕੇ ਅਸੀਂ ਸਿੰਪਲੀਫਾਈ ਕਰਨਾ। ਪਹਿਲੀ ਗੱਲ ਤਾਂ ਇਹ ਕਿ ਅਸੀਂ ਰੋ ਵਾਈਜ਼ ਅਸੀਂ ਇੰਟਰਚੇਂਜ ਕਰ ਸਕਦੇ ਹਾਂ। ਜੇ ਤੁਸੀਂ ਚਾਹੋ ਤਾਂ ਐਜ਼ ਇਟ ਇਜ਼ ਇੱਦਾਂ ਵੀ ਤੁਸੀਂ ਜਿਹੜੇ ਪ੍ਰੋਸੈਸ ਅਪਲਾਈ ਕਰ ਸਕਦੇ ਆ। ਅਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਦੁਬਾਰਾ ਇੰਟਰਚੇਂਜ ਕਰਕੇ ਵੀ ਲਿਖ ਸਕਦੇ ਆ। ਕਿਸ ਤਰੀਕੇ ਲਿਖ ਸਕਦੇ ਆ ਤੁਸੀਂ ਚਲੋ ਪਹਿਲੇ ਅਸੀਂ ਇਹਦੇ ਲਿਖੀਏ ਇਨ ਮੈਟ੍ਰਿਕਸ ਫਾਰਮ 'ਚ ਲਿਖੀਏ। ਉਹ ਆ ਜਾਏਗਾ ਤੁਹਾਡੇ ਕੋਲ 3 2 1 6 4 3 1 3
2 xy x1 x2 x3 is equal to 16 13 9 AXB टाइप बन गए जिस तरीके तुसीं छोटियां क्लासां विच पढ़ते आए हैं। हुण असीं इंटरचेंज कर सकते हैं फस्ट ते थर्ड रो नूं। फस्ट ते थर्ड रो नूं असीं इंटरचेंज कर दईए तो की होएगा 1 3 2 2 4 3 3 6 1 x1 x2 x3। देखो ये मैथड का पार्ट नहीं, क्यों किया इंटरचेंज, कैलकुलेशन थोड़ी सिंपल हो जाएगी। जे किसी भी रो विच जे 1 प्रेजेंट है ना फस्ट एलीमेंट, तो उन्होंने तुसी इंटरचेंज करके फस्ट कॉलम सॉरी फस्ट रो ते ले जा सकते हैं। असी जी पूरी ये रो आ थर्ड रो, इनू असी फस्ट रो तो फस्ट रो नूं असी थर्ड रो ते लिखिया, होर कुछ नहीं किया, जस्ट इंटरचेंज रो 1 बाय रो 3। R1 की वैल्यू R3 नूं दे दी, R3 की वैल्यू R1 नूं इंटरचेंज की। डायरैक्ट भी ऑपरेशन ला सकते सी, बट असी इंटरचेंज करके ऑपरेशन ला रहे हैं। हुण बड़े ध्यान नाल समझना, इनू असी आ देखो अपर ट्रैंगुलर फॉर्म च कन्वर्ट करना, ट्रैंगुलाइजेशन मैथड अप्लाई करना। उहदे लई की करना, असी इस स्टैप ते 0 बनावांगे, एक इस स्टैप ते 0 बनावांगे। किस तरीके, बड़े ध्यान नाल समझना। ये फस्ट रो, सैकेंड रो, थर्ड रो। सैकेंड रो ते असी ऑपरेशन लगाउण लगे हैं। सैकेंड रो R2 माइनस जिथे तुसी ना 0 बनानी है, मैं हैल्प एस फस्ट रो की लै रहा। जदों भी ये गल ध्यान नाल समझ लैनी आ, जदों भी तुसी ऑपरेशन ला रहे हैं, तुसी 0 बना रहे हैं सैकेंड रो च, थर्ड रो च, जिथे नहीं 0 बना रहे उसकी हैल्प लैनी है। असी कहने का मीनिंग आ फस्ट रो नूं असी यूज़ करना। मैं फिर रिपीट करदा, असी R2 तो R3 च 0 बना रहे हैं, ऑपरेशन लगा रहे हैं। फस्ट रो की असी हैल्प लावांगे, चाहे फस्ट रो की कह लो, चाहे ये कह लो कि डायगनल एलीमेंट वाली रो की हैल्प ले रहे हैं। डायगनल एलीमेंट वाली रो की हैल्प ले रहे हैं। किस तरीके, R2 सैकेंड रो 0 बनानी, R2 एज इट इज़ माइनस वो एलीमेंट ये वाला ओवर च जिसकी हैल्प ले रहे हैं 2/1 फस्ट रो। मैं फिर रिपीट करदा, चलो R3 ते किस तरह ऑपरेशन लाना, थर्ड रो माइनस तो लानी है असी 3/1 R1 जिसकी हैल्प ले रहे हैं वो लिख रहे हैं। इत्थे कौन लिख रहे हैं, जिथे असी 0 बनानी, जिस पोजीशन ते 0 बनानी। मैं फिर रिपीट करदा, ये वो एलीमेंट आ जिथे 0 बनानी, ये वो एलीमेंट आ जिसकी हैल्प लैनी। हुण जिथे 0 बनानी है उन्होंने उपर लिखना, जिसकी हैल्प लैनी है वो नीचे 2/1, इत्थे 0 बनानी है 3/1। उपर कौन लिखना, जिथे 0 बनानी, उपर 0 वाली पोजीशन जिथे 0 चाहुंदे आ, तो जिहदी हैल्प चाहुंदे आ वो ओवर च लिखोगे। इस तरीके असी ऑपरेशन लाने हैं। 2/1 2 ही होंदा, 3/1 3 ही होंदा। हुण फरदर ऑपरेशन लगाइए। जे तुसी ऑपरेशन डायरैक्ट नहीं ला सकते तो साइड ते एक लाइन लगा लो, जिहदे च तुसी रफ वर्क करना, पेपर च भी शो करना साइड ते लाइन लगा के। तुहाडे कोल की ऑपरेशन है, R2 माइनस 2R1। बड़े ध्यान नाल समझना। हाँ जी, ऑपरेशन लगाउण जा रहे हैं। फस्ट रो नूं पहलां असीं एज इट इज़ ही लिख लेना, कोई चेंज नहीं आनी। 1 3 2 x1 x2 x3 इज़ इक्वल टू ਉਹਦਾ भी फस्ट एलीमेंट 9, ਉਹਨੇ चेंज नहीं होना। फस्ट रो तो असी सैकेंड तो थर्ड रो ਨੂੰ चेंज करते पे हैं, फस्ट रो एज इट इज़ लिख लेने। ओके, हुण बड़े ध्यान नाल समझना, इत्थे की आएगा वो आप लिखीए। ये R1 1, R2 की वैल्यू 2 पुट करके देखो। R2 की वैल्यू 2 माइनस 2 एज इट इज़, R1 की वैल्यू 1।
ਸਿੰਪਲੀਫਾਈ ਕਰੋ 2 - 2 ਆ ਗਿਆ 0, ਇੱਥੇ ਆ ਜਾਏਗਾ 0। ਇਹੀ ਚਾਹੁੰਦੇ ਸੀ ਅਸੀਂ ਕਿ 0 ਆ ਜਾਵੇ। ਦੈਨ 4 R2 4 R1 3 4 -2 ਐਜ਼ ਇਟ ਇਜ਼ ਆ ਫਾਰਮੂਲੇ 'ਚ ਹੀ ਆ ਸਾਡਾ ਫਾਰਮੂਲਾ ਜੋ ਅਸੀਂ ਆਪਰੇਸ਼ਨ ਲਗਾ ਰਹੇ ਹਾਂ। 4 -2 ਤਾਂ ਆਉਣਾ ਹੀ ਆ ਫਾਰਮੂਲੇ 'ਚ ਹੀ ਆ। 3 ਸਿੰਪਲੀਫਾਈ ਕਰੋਗੇ 4 - 6 ਉਹ ਆ ਜਾਏਗਾ -2, ਸੋ ਇੱਥੇ ਆ ਗਿਆ -2। ਦੈਨ R2 ਦੀ ਵੈਲਿਊ 3 A2 ਤਾਂ ਕੀ ਆ ਜਾਏਗਾ 3 2 ਤਾਂ ਆਉਣਾ ਹੀ ਆ ਫਾਰਮੂਲੇ 'ਚ ਹੀ ਆ 3 ਇੱਥੇ ਆ ਜਾਏਗਾ R1 ਦੀ ਵੈਲਿਊ 2 R1 ਦੀ ਵੈਲਿਊ 2 R2 ਦੀ ਵੈਲਿਊ 3। ਸਿੰਪਲੀਫਾਈ ਕਰੋ 3 - 4 - 1 ਸੋ ਇੱਥੇ ਆ ਜਾਏਗਾ -1। ਬਿਲਕੁਲ ਐਜ਼ ਇਟ ਇਜ਼ ਇੱਦਾਂ ਹੀ 13 R2 ਦੀ ਵੈਲਿਊ 13 - 2 ਫਾਰਮੂਲੇ 'ਚ 9 13 - 18 ਦੈਟ ਇਜ਼ -5 ਆ ਗਿਆ। ਸਿੰਪਲੀਫਾਈ ਕਰਕੇ ਇੱਥੇ ਆ ਜਾਏਗਾ -5। ਓਕੇ, ਇਹ ਸੀ ਇਹ ਵਾਲਾ ਆਪਰੇਸ਼ਨ ਲਗਾਇਆ, ਇਹ ਸਾਰੀ ਰੋ ਚੇਂਜ ਹੋ ਗਈ, ਇੱਥੇ 0 ਬਣ ਗਈ, ਬਾਕੀ ਐਲੀਮੈਂਟ ਚੇਂਜ ਹੋ ਗਏ। ਹੁਣ ਇਹ ਵਾਲਾ ਆਪਰੇਸ਼ਨ ਲਗਾਓ R3 ਦੀ ਵੈਲਿਊ 3 R1 ਦੀ ਵੈਲਿਊ 1। ਨੈਕਸਟ ਆਪਰੇਸ਼ਨ ਕੀ ਹੈ ਸਾਡਾ R3 - 3 R1 ਇਹ ਵਾਲਾ ਆਪਰੇਸ਼ਨ ਲਗਾਉਣਾ। R3 ਦੀ ਵੈਲਿਊ 3 ਫਾਰਮੂਲੇ 'ਚ 1 3 - 3 0 ਸੋ ਇੱਥੇ ਆ ਗਿਆ 0। ਦੈਨ 6 ਤੇ 3 6 - 3 × 3 6 - 9 -3 ਇੱਥੇ ਆ ਗਏ -3। ਓਕੇ, ਦੈਨ 1 2 1 - 3 2 R1 ਦੀ ਵੈਲਿਊ 2 R3 ਦੀ ਵੈਲਿਊ 1। ਸਿੰਪਲੀਫਾਈ ਕਰੋਗੇ 1 - 6 ਵਿਚ ਇਜ਼ -5 ਸੋ ਇੱਥੇ ਆ ਗਿਆ -5। 16 -3 ਤਾਂ ਫਾਰਮੂਲੇ 'ਚ ਹੀ ਆ 9। ਸਿੰਪਲੀਫਾਈ ਕਰੋਗੇ 16 - 27 ਉਹ ਆ ਜਾਏਗਾ 9 ਉਹ ਆ ਜਾਏਗਾ 11 ਉਹ ਆ ਜਾਏਗਾ -11 ਇੱਥੇ ਆ ਗਏ -11। ਹੁਣ ਨੈਕਸਟ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਹਾਂਜੀ, ਇਸ ਤਰੀਕੇ ਦੇ ਨਾਲ ਅਸੀਂ ਆਪਰੇਸ਼ਨਸ ਲਗਾਉਣੇ। ਪਹਿਲੇ ਆਪਰੇਸ਼ਨ ਕਿਸ ਤਰੀਕੇ ਲਗਾਉਣੇ, ਜਿੱਥੇ 0 ਬਣਾਉਣੀ ਉਹ ਉੱਪਰ ਲਿਖਣਾ, ਜਿਹਦੀ ਹੈਲਪ ਲੈਣੀ ਉਹ ਨੀਚੇ 2/1 2 3/1 3 R2 R3 R3। ਇੱਥੇ ਕੁਛ ਮਲਟੀਪਲਾਈ ਨਹੀਂ ਕਰਨਾ, ਇੱਥੇ ਕੁਛ ਵੀ ਮਲਟੀਪਲਾਈ ਨਹੀਂ ਕਰਨਾ, ਜੋ ਆਪਰੇਸ਼ਨ ਲਗਾਉਣਾ ਇੱਥੇ ਹੀ ਲਗਾਉਣਾ। ਹਾਂਜੀ, ਹੁਣ ਫਰਦਰ ਸਿੰਪਲੀਫਾਈ ਕਰੀਏ। ਹੁਣ ਅਸੀਂ ਫਰਦਰ ਸਿੰਪਲੀਫਾਈ ਕਰਾਂਗੇ। ਹੁਣ ਸਾਡਾ ਅਗਲਾ ਵਰਕ ਆ ਕਿ ਇੱਥੇ 0 ਬਣਾਈਏ। ਇੱਥੇ ਜੇ 0 ਬਣਾਉਣੀ ਆ ਤੇ ਇਹ ਆ ਡਾਇਗਨਲ ਐਲੀਮੈਂਟ, ਇਹ ਜਿਸ ਵੀ ਰੋ 'ਚ ਆਉਂਦਾ ਉਹ ਅਸੀਂ ਰੋ ਨੂੰ ਚੂਜ਼ ਕਰਨਾ, ਇਸ ਰੋ ਨੂੰ ਅਸੀਂ ਚੂਜ਼ ਕਰਨਾ। ਕਹਿਣ ਦਾ ਮੀਨਿੰਗ ਆ R2 ਨੂੰ ਚੂਜ਼ ਕਰਨਾ। ਇੱਦਾਂ ਵੀ ਕਹਿ ਲਈਦਾ ਜਿਸ ਕਾਲਮ 'ਚ 0 ਬਣਾਉਣੀ ਆ ਨਾ, ਜੇ R2 ਜੇ ਚਲੋ ਇੱਦਾਂ ਹੀ ਕਹੋ ਕਿ ਜਿਹੜਾ ਐਲੀਮੈਂਟ ਡਾਇਗਨਲ ਐਲੀਮੈਂਟ ਜਿਸ ਰੋ 'ਚ ਆ ਰਿਹਾ ਉਹ ਅਸੀਂ ਚੂਜ਼ ਕਰਨਾ। ਸੋ ਅਸੀਂ R2 ਚੂਜ਼ ਕਰਾਂਗੇ। ਕੀ ਆਪਰੇਸ਼ਨ ਲਗਾਓਗੇ R3 ਤੇ 0 ਬਣਾ ਰਹੇ ਹਾਂ R3 ਓਕੇ, ਮਾਈਨਸ ਤਾਂ ਅਸੀਂ ਲਗਾਉਣੇ ਹੀ ਹੁੰਦੇ ਆ। ਦੈਨ ਇਹ ਵਾਲਾ ਐਲੀਮੈਂਟ ਉੱਪਰ ਜਿੱਥੇ 0 ਬਣਾਉਣੀ, ਜਿਹਦੀ ਹੈਲਪ ਲੈ ਰਹੇ ਹਾਂ ਉਹ ਓਵਰ 'ਚ, ਉਹ ਆਏਗਾ ਓਵਰ 'ਚ। ਓਕੇ, ਇੱਥੇ ਆਏਗਾ R2। ਜਦੋਂ ਫਸਟ ਸਟੈਪ 'ਚ ਇੱਥੇ R1 ਨਹੀਂ ਆਉਣਾ ਕਿਉਂਕਿ R1 ਦੀ ਹੈਲਪ ਲਈ, ਸੈਕਿੰਡ ਸਟੈਪ 'ਚ ਇੱਥੇ R2 ਹੀ ਆਉਣਾ, ਇਹ ਵੀ ਫਾਈਨਲ ਆ। ਸੋ ਇਹ ਮਾਈਨਸ ਕੈਂਸਲ ਆਊਟ ਹੋ ਗਿਆ। ਸੋ ਹੁਣ ਨੈਕਸਟ ਸਟੈਪ ਕੀ ਆਉਣਾ ਉਹ ਬੜੇ ਧਿਆਨ ਨਾਲ ਸਮਝਣਾ। ਫਸਟ ਰੋ ਐਜ਼ ਇਟ ਇਜ਼, ਕੋਈ ਚੇਂਜ ਨਹੀਂ ਆਉਣੀ। ਓਕੇ, ਇੱਥੇ x1 x2 x3 ਵੀ ਐਜ਼ ਇਟ ਇਜ਼ ਹੀ ਆਉਣਾ, ਕੋਈ ਚੇਂਜ ਨਹੀਂ ਆਉਣੀ। ਐਂਡ 9 ਇਹ ਵੀ ਐਜ਼ ਇਟ ਇਜ਼ ਹੀ ਆਉਣਾ। ਸੈਕਿੰਡ ਰੋ ਨੂੰ ਅਸੀਂ ਹੁਣ ਕੁਛ ਨਹੀਂ ਕਰਨਾ, ਉਹਦੀ ਤਾਂ ਹੈਲਪ ਲੈਣੀ ਆ ਨਾ, ਉਹਨੂੰ ਤਾਂ ਹੁਣ ਅਸੀਂ ਕੁਛ ਕਰਨਾ ਹੀ ਨਹੀਂ, ਐਜ਼ ਇਟ ਇਜ਼। ਇਹ -5 ਵੀ ਐਜ਼ ਇਟ ਇਜ਼। ਹੁਣ ਇਹ ਆਪਰੇਸ਼ਨ ਲਗਾ ਕੇ ਇਹ ਐਲੀਮੈਂਟ
ਚੇਂਜ ਕਰਨੇ ਸਾਰੇ। ਇੱਕ ਚੀਜ਼ ਦਾ ਖਿਆਲ ਰੱਖਿਆ ਕਰਿਓ, ਜੇ ਤੁਹਾਡਾ ਰਫ ਵਰਕ ਇੱਥੋਂ ਤੱਕ ਆਇਆ ਤਾਂ ਇਹ ਵਾਲਾ ਜਿਹੜਾ ਸਟੈਪ ਆ ਇਹ ਇੱਥੋਂ ਸਟਾਰਟ ਹੋਣਾ ਚਾਹੀਦਾ ਹੈ, ਤਾਂ ਜੋ ਤੁਸੀਂ ਵੀ ਕਨਫਿਊਜ਼ ਨਾ ਹੋਇਓ। ਉਹਦੇ ਜਿਹੜਾ ਰਫ ਵਰਕ ਆ ਉਹ ਇਸ ਹਿਸਾਬ ਨਾਲ ਕਰਨਾ ਕਿ ਉਹ ਸਾਨੂੰ ਪਤਾ ਵੀ ਹੋਵੇ ਕਿ ਇਹ ਜਿਹੜਾ ਪਾਰਟ ਕੀਤਾ ਇਹਦਾ ਰਫ ਵਰਕ ਇਹ ਵਾਲਾ। ਹੁਣ ਕੀ ਕਰਾਂਗੇ, ਹੁਣ ਰਫ ਵਰਕ ਨੈਕਸਟ ਕਰੀਏ, ਅਸੀਂ ਇਸ ਪਾਰਟ ਦਾ ਰਫ ਵਰਕ ਕਰੀਏ। ਹੁਣ ਅਸੀਂ ਫਾਰਮੂਲਾ ਕੀ ਲਾ ਰਹੇ ਹਾਂ, R3 - 3/2 R2। ਤਾਂ ਬੜੇ ਧਿਆਨ ਨਾਲ ਸਮਝੀਏ। ਦੇਖੋ ਇਹ ਤਾਂ ਜ਼ੀਰੋ ਹੀ ਆ, 0 / ਸਮਥਿੰਗ 0 ਹੋਣ ਕਰਕੇ ਤਾਂ ਜ਼ੀਰੋ ਹੀ ਆਉਣਾ, ਕੋਈ ਪ੍ਰੋਬਲਮ ਨਹੀਂ। ਇੱਥੇ ਦੇਖੋਗੇ ਕੀ ਹੈ ਸਾਡੇ ਕੋਲ -3 -3/2 R2 ਦੀ ਵੈਲਿਊ ਕਿੰਨੀ ਸਾਡੇ ਕੋਲ -2। ਇਹਨੂੰ ਹੁਣ ਅਸੀਂ ਸਿੰਪਲੀਫਾਈ ਕਰਾਂਗੇ। ਮੈਂ ਫਿਰ ਰਿਪੀਟ ਕਰਦਾ, ਇਹ R3 ਦੀ ਵੈਲਿਊ, ਇਹ R2 ਦੀ ਵੈਲਿਊ, ਤਾਂ ਕੀ ਆ ਜਾਏਗਾ ਸਾਡੇ ਕੋਲ। ਸਿੰਪਲੀਫਾਈ ਜਦੋਂ ਕਰੋਗੇ ਤੁਸੀਂ ਇਹਨੂੰ -3 2 ਦੇ ਨਾਲ 2 ਕੈਂਸਲ, ਮਾਈਨਸ ਪਲੱਸ, ਇਹ ਹੋ ਜਾਏਗਾ +3। ਸੋ ਇਹਦਾ ਆਨਸਰ ਆ ਗਿਆ 0। ਸੋ ਇੱਥੇ ਆ ਜਾਏਗਾ 0। ਇੱਥੇ ਦੇਖੀਏ ਕੀ ਆਏਗਾ, R3 ਦੀ ਵੈਲਿਊ -5 -3/2, ਇਹ ਤਾਂ ਫਾਰਮੂਲੇ 'ਚ ਹੀ ਆ। R2 ਦੀ ਵੈਲਿਊ -1, ਇਹਨੂੰ ਸਿੰਪਲੀਫਾਈ ਕਰੀਏ ਥੋੜ੍ਹਾ, -5 + 3/2 ਜਾਂ 2 LCM ਲੈ ਲਓ, ਟੇਕਿੰਗ 2 LCM, ਮਾਈਨਸ ਦੇ 10 ਪਲੱਸ ਦੇ ਹੋ ਗਏ 3 ਮਾਈਨਸ ਦੇ 7/2, -7/2 ਆ ਗਏ। ਇੱਥੇ ਦੇਖੀਏ -11 R3 ਦੀ ਵੈਲਿਊ, -3/2 ਫਾਰਮੂਲੇ 'ਚ ਹੀ ਆ। R2 ਦੀ ਵੈਲਿਊ -5, ਇੱਥੇ ਵੀ ਤੁਸੀਂ 2 LCM ਲਾਓਗੇ, -22 ਪਲੱਸ 15, ਅਤੇ ਇਹ ਕਿੰਨਾ ਆ ਜਾਏਗਾ ਸਿੰਪਲੀਫਾਈ ਕਰਕੇ, ਮਾਈਨਸ ਵਿੱਚ ਆਏਗਾ 7/2 -7/2 ਇੱਥੇ ਪਹੁੰਚ ਗਏ ਅਸੀਂ। ਜਦੋਂ ਵੀ ਇਹ ਦੇਖੋ ਹੁਣ ਟ੍ਰਾਇੰਗੂਲਾਈਜੇਸ਼ਨ ਫਾਰਮ 'ਚ ਕਨਵਰਟ ਕਰ ਦਿੱਤਾ ਅਸੀਂ, 3 ਜ਼ੀਰੋਜ਼ ਤਿਆਰ ਹੋ ਗਈਆਂ। ਦੇਖੋ ਜੇ 3 ਜ਼ੀਰੋ ਤਿਆਰ ਕੀਤੀ ਹੈ ਨਾ, ਹੋ ਸਕਦਾ ਇੱਥੇ ਆਪਣੇ ਆਪ ਹੀ ਜ਼ੀਰੋ ਆ ਜਾਵੇ। ਕਈ ਵਾਰ ਅਸੀਂ 3 ਜ਼ੀਰੋਜ਼ ਬਣਾਉਣੀਆਂ, ਜਦੋਂ 3 ਜ਼ੀਰੋਜ਼ ਬਣ ਗਈਆਂ ਫਿਰ ਦੁਬਾਰਾ ਤੁਸੀਂ ਕੀ ਕਰ ਦੇਣਾ, ਮਲਟੀਪਲਾਈ ਕਰ ਦੋਗੇ ਮੈਟ੍ਰਿਕਸ ਨੂੰ। ਫਸਟ ਰੋ ਫਸਟ ਕਾਲਮ ਕੀ ਆ ਜਾਏਗਾ, x1 3x2 + 2x3 = 9। ਓਕੇ, ਸੈਕਿੰਡ ਇਹ ਤਾਂ ਐਲੀਮੈਂਟ 0 ਆ, -2x2 - x3 = -5, ਇਹ 0 -7/3x2 x3 -7/2। ਇਹ ਹੋ ਗਈ ਇਕੁਏਸ਼ਨ ਨੰਬਰ ਫਸਟ, ਇਹ ਹੋ ਗਈ ਇਕੁਏਸ਼ਨ ਨੰਬਰ ਸੈਕਿੰਡ, ਇਹ ਹੋ ਗਈ ਇਕੁਏਸ਼ਨ ਨੰਬਰ ਥਰਡ। ਹੁਣ ਬੈਕ ਸਬਸਟੀਟਿਊਸ਼ਨ ਮੈਥਡ ਅਸੀਂ ਅਪਲਾਈ ਕਰਨਾ, ਬੈਕ ਟੂ ਬੈਕ ਵੈਲਿਊ ਪੁੱਟ ਕਰਾਂਗੇ, ਪੁੱਟ ਕਰਾਂਗੇ। ਸਭ ਤੋਂ ਪਹਿਲਾਂ ਥਰਡ ਇਕੁਏਸ਼ਨ ਸਿੰਪਲੀਫਾਈ ਕਰਾਂਗੇ ਫਰੋਮ ਇਕੁਏਸ਼ਨ ਨੰਬਰ ਥਰਡ ਇਕੁਏਸ਼ਨ ਨੂੰ ਬੜੇ ਧਿਆਨ ਨਾਲ ਦੇਖੋ ਕੀ ਹੈ ਸਾਡੇ ਕੋਲ, -7/2 x3 = -7/2 ਉੱਧਰ ਜਾ ਕੇ ਡਿਵਾਈਡ ਹੋਣਗੇ ਅਤੇ x3 ਦੀ ਵੈਲਿਊ ਕਿੰਨੀ ਆ ਗਈ 1। ਸੋ x3 ਮਿਲ ਗਿਆ 1। ਇਸ x3 ਨੂੰ ਹੁਣ ਇਕੁਏਸ਼ਨ ਨੰਬਰ 2 'ਚ ਸਬਸਟੀਟਿਊਟ ਕਰੋ, ਪੁੱਟ ਵੈਲਿਊ ਆਫ x3 = 1 ਇਨ ਇਕੁਏਸ਼ਨ ਨੰਬਰ ਸੈਕਿੰਡ ਸਬਸਟੀਟਿਊਟ ਕਰੋਗੇ, -2x2 - x3 ਦੀ ਵੈਲਿਊ 1 = -5। ਸੋ -2x2 = -5 + 1 ਹੋ ਗਈ, -4 ਹੋ ਗਈ। ਸੋ -2x2 = -4। ਸੋ x2 ਦੀ ਵੈਲਿਊ ਆ ਜਾਏਗੀ ਡਿਵਾਈਡ ਕਰਕੇ 2। ਸੋ x2 ਦੀ ਵੈਲਿਊ ਮਿਲ ਗਈ 2। ਨਾਓ ਪੁੱਟ ਵੈਲਿਊ ਆਫ x2 ਦੀ ਵੈਲਿਊ 2, x3 ਦੀ ਵੈਲਿਊ 1 ਇਨ ਇਕੁਏਸ਼ਨ ਨੰਬਰ ਫਸਟ। ਹੁਣ ਅਸੀਂ ਇਹ ਫਸਟ ਵਿੱਚ ਪੁੱਟ ਕਰਾਂਗੇ, ਬੈਕ ਟੂ ਬੈਕ ਵੈਲਿਊ ਪੁੱਟ ਕਰਦੇ ਪਏ ਅਸੀਂ, +3x2 2x2 ਦੀ ਵੈਲਿਊ 2 + 2x3 1 = 9। ਸੋ x1 + 6
plus 2 is equal to 9. So x1 is equal to 9 minus 6 minus 2. So x1 ਦੀ ਵੈਲਿਊ ਆ ਗਈ 1, x1 ਦੀ ਵੈਲਿਊ ਆ ਗਈ 1। ਹੈਂਸ x1 ਦੀ ਵੈਲਿਊ ਆਈ ਸਾਡੇ ਕੋਲ 1, x2 ਦੀ ਵੈਲਿਊ ਆਈ 2 ਅਤੇ x3 ਦੀ ਵੈਲਿਊ ਆਈ 1। ਇਹ ਸਾਡਾ ਆਨਸਰ ਆ। ਫਿਰ ਵੀ ਤੁਸੀਂ ਚੈੱਕ ਕਰ ਸਕਦੇ ਆ ਜਿਹੜੀਆਂ ਤਿੰਨ ਇਕੁਏਸ਼ਨਸ ਗਿਵਨ ਆ ਨਾ, ਉਹਨਾਂ 'ਚ ਪੁੱਟ ਕਰਕੇ ਦੇਖ ਸਕਦੇ ਆ ਕਿ ਉਹਨਾਂ ਨੂੰ ਇਹ ਸੈਟਿਸਫਾਈ ਕਰਦਾ। ਜੇ ਸੈਟਿਸਫਾਈ ਕਰ ਗਿਆ ਤਾਂ ਤੁਹਾਡਾ ਜਿਹੜਾ ਆਨਸਰ ਆ ਉਹ ਬਿਲਕੁਲ ਸਹੀ ਹੈ। ਇਸ ਤਰੀਕੇ ਇਹ ਜਿਹੜੇ ਕੁਐਸਚਨਸ ਆ ਇਹ ਕਰਨੇ ਆ। ਇੱਕ ਕੁਐਸਚਨ ਹੋਰ ਕਰਾਂਗੇ, ਫਿਰ ਤੁਹਾਨੂੰ ਇਹ ਮੈਥਡ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਨੈਕਸਟ ਕੁਐਸਚਨ ਇਹ ਆ ਜੀ ਸਾਡਾ ਨੈਕਸਟ ਕੁਐਸਚਨ। ਹੁਣ ਜੇ ਤੁਸੀਂ ਮੈਟ੍ਰਿਕਸ ਫਾਰਮ 'ਚ ਲਿਖੋਗੇ ਤਾਂ ਉਹ ਆ ਜਾਏਗਾ ਇਨ ਮੈਟ੍ਰਿਕਸ ਫਾਰਮ मैट्रिक्स फॉर्म च लिखोगे 4 1 3 1 4 2 1 -2 -4 x1 x2 x3। देखो कई बार क्वेश्चन च x1 x2 x3 होंदा, कई बार x y z होंदा, होवे कुछ भी मैथड सेम। हुण फिर उही काम डायरैक्ट भी जीरोज़ बना सकते हैं, बट जे तुसीं इंटरचेंज कर लोगे ਇਹ ਵਾਲੀ ਰੋ ਨੂੰ ਫਸਟ ਪੋਜੀਸ਼ਨ 'ਤੇ ਲੈ ਆਓਗੇ ਤਾਂ ਥੋੜ੍ਹਾ ਬੈਟਰ ਹੋ ਜਾਏਗਾ। ਅਤੇ ਕੀ ਕਰੀਏ, ਇੰਟਰਚੇਂਜ ਕਰ ਦਿਓ R1 ਬਾਏ R3। ਇੰਟਰਚੇਂਜ ਕਰੋ ਕੀ ਹੋ ਜਾਏਗਾ 1 4 -2 4 4 1 1 4 6 3 2 -4 x1 x2 x3। ਇਸ ਤਰੀਕੇ ਅਸੀਂ ਇੰਟਰਚੇਂਜ ਕਰ ਲਾਂਗੇ। ਹੁਣ ਥੋੜ੍ਹਾ ਜਿਹਾ ਈਜ਼ੀ ਹੋ ਜਾਏਗਾ ਜੀਰੋਜ਼ ਬਣਾਉਣੇ। ਪਹਿਲੇ ਸਟੈਪ 'ਚ ਅਸੀਂ ਇੱਥੇ ਜੀਰੋ ਬਣਾਵਾਂਗੇ, ਸੈਕਿੰਡ ਸਟੈਪ 'ਚ ਇੱਥੇ ਬਣਾਵਾਂਗੇ। ਸੋ ਇਹਨੂੰ ਅਸੀਂ ਚੂਜ਼ ਕਰਾਂਗੇ। ਓਪਰੇਸ਼ਨ ਕੀ ਹੋਣਗੇ R1 R2 -4/1 ਵਿਚ ਇਜ਼ 4 R1 ਚੂਜ਼ ਕਰ ਰਹੇ ਹਾਂ। ਇੱਦਾਂ ਹੀ R3 ਵੀ ਨਾਲ ਹੀ ਓਪਰੇਸ਼ਨ ਲਗਾਵਾਂਗੇ। R3 -3/1 ਇਜ਼ 3 R1। ਇਹ ਹੁਣ ਅਸੀਂ ਓਪਰੇਸ਼ਨ ਲਗਾਉਣ ਜਾ ਰਹੇ ਹਾਂ। ਫਸਟ ਰੋ ਨੇ ਚੇਂਜ ਨਹੀਂ ਹੋਣਾ, ਉਹਨੂੰ ਅਸੀਂ ਐਜ਼ ਇਟ ਇਜ਼ ਲਿਖ ਦਾਂਗੇ x1 x2 x3 ਇਜ਼ ਇਕੁਅਲ ਟੂ 4। ਬਾਕੀ ਐਲੀਮੈਂਟ ਚੇਂਜ ਹੋਣਗੇ। ਕਿਸ ਤਰੀਕੇ ਹੋਣਗੇ ਅਸੀਂ ਉਹ ਰਫ ਵਰਕ ਸਾਈਡ 'ਤੇ ਕਰਾਂਗੇ। ਪਹਿਲਾਂ ਅਸੀਂ ਲਾ ਰਹੇ ਹਾਂ ਇਹ ਵਾਲਾ ਫਾਰਮੂਲਾ R2 -4 R1, ਇਹ ਲਾ ਰਹੇ ਹਾਂ। ਇਹ ਲਾਓਗੇ ਹੁਣ ਮੈਂ ਡਾਇਰੈਕਟ ਲਿਖ ਦੇਣਾ, ਇੱਥੇ ਆ ਜਾਏਗਾ 0, ਇੱਥੇ ਆ ਜਾਏਗਾ ਮਾਈਨਸ ਦੇ 15, ਇੱਥੇ ਆ ਜਾਣਗੇ 9, ਇੱਥੇ ਆ ਜਾਣਗੇ 20, ਇੱਥੇ ਆਉਣਗੇ ਮਾਈਨਸ ਦੇ 12। ਇਹ ਤੁਸੀਂ ਕਰਕੇ ਦੇਖ ਸਕਦੇ ਹੋ। ਹਾਂਜੀ, ਇੱਦਾਂ ਹੀ ਤੁਸੀਂ ਨੈਕਸਟ ਇਹ ਵਾਲਾ ਓਪਰੇਸ਼ਨ ਲਗਾ ਕੇ ਦੇਖੋਗੇ R3 -3 R1, ਤਾਂ ਫਿਰ ਕੀ ਹੋਏਗਾ, ਇੱਥੇ ਆ ਜਾਏਗਾ 0 -12 ਬਣਨਗੇ ਅਤੇ ਇੱਥੇ ਆ ਜਾਏਗਾ ਮਾਈਨਸ ਦੇ 10, ਇੱਥੇ ਆਏਗਾ ਪਲੱਸ ਦੇ 6, ਇੱਥੇ ਆ ਜਾਣਗੇ 2, ਇੱਥੇ ਆਉਣਗੇ ਮਾਈਨਸ ਦੇ 12 ਮਾਈਨਸ ਦੇ 6। ਇਸ ਤਰੀਕੇ ਆਉਣਗੇ। ਤੁਸੀਂ ਕਰਕੇ ਵੀ ਦੇਖ ਸਕਦੇ ਆ। R3 ਤੁਸੀਂ ਕਰਕੇ ਦੇਖ ਸਕਦੇ ਈਜ਼ੀਲੀ। ਆ ਦੇਖੋ 3 -3 R1 ਵੈਲਿਊ 1, ਸੋ 3 -3 ਇਜ਼ 0। ਨੈਕਸਟ ਦੇਖੋ 2 -3 ਫਾਰਮੂਲੇ 'ਚ ਹੀ ਆ। R1 ਦੀ ਵੈਲਿਊ 4, ਕੀ ਆ ਜਾਏਗਾ 2 -12 ਵਿਚ ਇਜ਼ -10, ਸੋ -10 ਆ ਗਿਆ। -4 -3 -4 ਅਤੇ -2 R1 ਦੀ ਵੈਲਿਊ तो आ जाएगा -4 + 6 विच इज़ 2, सो +2 हो गए। इदा ही 6 -3 4, सो 6 -12 विच इज़ -6। सो इस तरीके ये एलीमेंट्स आए। उपर मैं चेक कर ला 0 -15 ओके है,
9 ਆ माइनस दे 16 ਤੇ प्लस 4 माइनस 12 बिल्कुल ठीक है जी। इस तरीके साढ़े कोल आ गया। हुण जिहड़ा साडा फर्दर स्टैप आ असी इस पोजीशन ते 0 बनावांगे, इस पोजीशन ते 0 बनावांगे। उम्मीद करदा कि तुहानूं समझ आ रही होएगी। तुसीं थोड़ा जिहा सिंपलीफाई भी कर सकते हैं जे तुसीं चाहो। तुसीं इस स्टैप नूं 3 दे नाल डिवाइड कर सकते हैं, इस स्टैप नूं तुसीं 2 दे नाल डिवाइड कर सकते हैं। थोड़ा ईजी हो जाएगा स्टैप, ये तुसी काम कर सकते हैं। अदरवाइज तुसी डायरैक्ट भी कर सकते हैं, कोई प्रॉब्लम नहीं। की करिए हुण R3 ते 0 बनाने यूज़ किनू करना, R2 नूं सैकेंड रो की ऑपरेशन लगेगा इत्थे R3 माइनस जिथे 0 बनानी है उन्होंने उपर लिखांगे, जिहदी हैल्प लैनी हैल्प इहदी लै रहे हैं, ये आएगा नीचे माइनस जिथे 0 बना रहे हैं -10 ओवर च जिहदी हैल्प लैनी -15 R2 की हैल्प लै रहे हैं। ਇਹਦਾ एलीमेंट उपर, ਇਹਦਾ एलीमेंट नीचे, R2 का एलीमेंट नीचे, R3 का एलीमेंट उपर। सो माइनस माइनस प्लस हो जाना, सो वो कैंसल भी हो रहा। कैंसल हो के की आ रहा जे असी लिखीए वो आ रहा जी R3 -2 ओवर 3 R2 5 ते जे कैंसल कर दिए। सो नैक्सट स्टैप की होणगे, फस्ट तो सेम ही आएगा। हाँ जी, फस्ट रो सेम 1 4 -2 इत्थे आएगा x1, इत्थे आएगा x2, इत्थे आएगा x3, इधर आएगा 4। सो सैकेंड रो भी सेम आएगी -15 9 दैन -12। थर्ड रो चेंज होएगी। किस तरीके चेंज होएगी, साढ़े को ऑपरेशन है R3 -2 ओवर 3 R2। हुण R3 की वैल्यू देखो, R3 की वैल्यू 0, R2 भी 0, सो इत्थे तक पक्का 0 ही आना, कोई प्रॉब्लम नहीं। इत्थे -10 -2 ओवर 3 R2 की वैल्यू -15 तो कैंसल करोगे ये प्लस दे 10 -10 प्लस 10, सो इत्थे भी आ गया साढ़े कोल 0। फर्दर इत्थे वैल्यू 2, इत्थे 9 2 -2/3 इंटू 9, सो ये कैंसल कर लोगे, आ जाएगा 2 -3 तो कैंसल होना -6, सो -4 मिल गया। ओके, दैन -6 एंड -12 -6 -2/3 12 -6 -12, ये भी कैंसल हो जाएगा तो आ जाएगा -6 माइनस प्लस 3 नूं 12 के नाल कैंसल करोगे 4 2 नाल मल्टीप्लाई 8 प्लस 8, सो इत्थे आ गया 2, सो इत्थे आ गया 2। इस तरीके असी 3 जीरोज़ बना लिया। ये साढ़े को बन गई अपर ट्रैंगुलाइजेशन मैट्रिक्स। जो अपर ट्रैंगुलाइजेशन मैट्रिक्स बन जाए उस तो बाद ट्रैंगुलाइजेशन फॉर्म बन तो बाद ये ट्रैंगुलाइजेशन फॉर्म कह लो चाहे अपर ट्रैंगुलर फॉर्म कह लो, गल एक ही है। हुण मल्टीप्लाई करांगे, सो x1 4x2 -2x3 इज इक्वल टू 4 -15x2 प्लस 9x3 इज इक्वल टू -12 -4x3 इज इक्वल टू 2। इक्वेशन नंबर फर्स्ट, ये सेकेंड, ये थर्ड। सो फ्रॉम थर्ड इक्वेशन x3 इज इक्वल टू 2 upon -4 दैट इज़ -1/2। सो x3 की वैल्यू आ गई -1/2। इन पुट करांगे सैकेंड विच, पुट इन सैकेंड, इन सैकेंड च पुट करोगे वो आ जी -15x2 प्लस 9x3 की वैल्यू -1/2 इज इक्वल टू 12। सो 2 ਦੇ ਨਾਲ कर दो मल्टीप्लाई, इत्थे आ जाएगा -30x2 -9 इज इक्वल टू -12
24 ओवर C2 मल्टीप्लाई हो गया। सो -30x2 इज़ इक्वल टू -24 प्लस 9। सो -30x2 इज़ इक्वल टू 24 चों हुण तुसीं 9 कर दोगे माइनस। सो 9 माइनस करोगे तो तुहाडे कोल आ जाएगा 15 माइनस दे 15। सो x2 की वैल्यू आ जाएगी 1/2। सो x2 की वैल्यू आ गई 1/2। ये सबस्टिट्यूट कर देंगे फर्स्ट विच। सो पुट इन फर्स्ट विच पुट करोगे तो आ जाएगा x1 प्लस 4 इंटू 1/2 माइनस 2 इंटू -1/2 इज इक्वल टू 4। x1 प्लस 2 प्लस 1 इज इक्वल टू 4। सो x1 आ गया 1। सो हैंस की आंसर आ गया मेरे कोल। हैंस गॉस एलिमिनेशन ने आंसर दिता x1 1, x2 1/2 एंड x3 इज़ -1/2। सो ये आंसर है जी इस क्वेश्चन का x1 1, x2 1/2 एंड x3 -1/2। जे तुसी चैक करना होवे इन्हां तिन्नां इक्वेशन पुट करियो तिन्नां नूं सैटिस्फाई करेगा। इत्थे पुट कीते आंसर 4 आना चाहिए, इत्थे पुट कीते 4, इत्थे पुट कीते 6 आना चाहिए। जे आ रहा होएगा तो तुहाडा आंसर बिल्कुल सही। सो बाकी क्वेश्चन तुसी आप ट्राई करोगे। इन केस कोई प्रॉब्लम आती है तो कमेंट करके जरूर दस्सिओ, जां तुसी इस नंबर पर तुसी मैसेज भी कर सकते हैं। इस नंबर पर मैसेज करके भी तुसी WhatsApp पर दस सकते हैं। 50 कॉल भी कर सकते हैं। जो कोई क्वेश्चन ना हो तो मैं फिर सॉल्व करके भी तुहानूं सेंड कर सकदा। सो लाइक जरूर करियो, सबसक्राइब करियो जे नहीं किया तो थैंक यू।